ਲਾਸਟ ਟਾਈਮ ਜਿਹੜਾ ਆਪਾਂ ਆਰਟੀਕਲ ਕੀਤਾ ਸੀ ਬੇਟੇ, ਆਪਾਂ ਆਰਟੀਕਲ ਕੀਤਾ ਸੀਗਾ ਜਿੰਦੇ ਚ ਅਸੀਂ ਕੀ ਕੀਤਾ ਸੀਗਾ ਬੇਟੇ, ਵੇਵਲੈਂਥ ਆਫ ਇਲੈਕਟ੍ਰੋਨ ਆ ਜਿਹੜੀ ਉਹ ਕੈਲਕੂਲੇਟ ਕੀਤੀ ਸੀਗੀ ਆ ਫਾਰਮੂਲੇ ਨੂੰ। ਠੀਕ ਹੈ ਜੀ, ਅਸੀਂ ਲੈਮਡਾ ਦੀ ਵੈਲਿਊ ਕੀ ਕੈਲਕੂਲੇਟ ਕੀਤੀ ਸੀ, 12.27 ਬਾਏ ਅੰਡਰਰੂਟ ਵੀ। ਵੀ ਇੱਥੇ ਕੀ ਸੀਗਾ ਬੇਟੇ, ਪੋਟੈਂਸ਼ੀਅਲ ਡਿਫਰੈਂਸ, ਜਾਂ ਇਹਨੂੰ ਆਪਾਂ ਕਹੀਏ ਵੋਲਟੇਜ ਜਿਹੜੀ ਆਪਾਂ ਅਪਲਾਈ ਕੀਤੀ ਸੀਗੀ। ਠੀਕ ਹੈ ਜੀ, ਇਹ ਤਾਂ ਕਲੀਅਰ ਹੋ ਗਿਆ ਸੀ ਕਿ ਨਹੀਂ ਹੋ ਗਿਆ ਬੇਟੇ? आवाज आ रही है बेटे? यस सर। हाँ जी सर। ठीक है बेटे, हाँ भी आप आर्टिकल कर लिया सी काइनेटिक थ्योरी, काइनेटिक एनर्जी ऑफ द इजेक्टेड इलेक्ट्रॉन्स। ठीक है जी, ਇਹਦੇ ਚ ਆਪਾਂ ਗੱਲ ਕਹੀ ਸੀ ਵੀ ਜੇਕਰ ਕੋਈ ਵੇਵਲੈਂਥ ਹੈ ਜਾਂ ਫ੍ਰੀਕੁਐਂਸੀ ਦੀ ਆਪਾਂ ਗੱਲ ਕਰੀਏ, E is equal to H into nu, ਇਹ ਇਨਸੀਡੈਂਟ ਹੈ, ਤੇ ਜਿਹੜੀ ਇਹਦੀ ਫ੍ਰੀਕੁਐਂਸੀ ਹੈ ਜਾਂ ਇਹਦੀ એનર્ਜੀ ਹੈ, ਉਹ ਇਜੈਕਟਿਡ ਇਲੈਕਟ੍ਰੋਨ ਜਿਹੜਾ ਆਪਾਂ ਮੈਟਲ ਦੇ ਸਰਫੇਸ ਚੋਂ ਕਰਨਾ, ਉਹਦੇ ਨਾਲੋਂ ਕੀ ਹੋਣੀ ਚਾਹੀਦੀ ਹੈ, ਮੋਰ ਹੋਣੀ ਚਾਹੀਦੀ ਹੈ। ਠੀਕ ਹੈ, ਜਿਹੜੀ એનર્ਜੀ ਰਿਲੀਜ਼ ਕਰਨ ਵਾਸਤੇ ਆਪਾਂ ਨੂੰ ਮਿਲੂਗੀ ਉਹ ਇਹਨਾਂ ਦੋਵਾਂ ਦੇ ਡਿਫਰੈਂਸ ਦੇ ਇਕੁਇਵਲੈਂਟ ਹੋਊਗੀ। ਓਮੇਗਾ ਨਾਟ ਨੂੰ ਜਾਂ W ਨਾਟ ਨੂੰ ਆਪਾਂ ਕੀ ਕਿਹਾ ਸੀ, ਇਹਨੂੰ ਆਪਾਂ ਕਿਹਾ ਸੀ ਵਰਕ ਫੰਕਸ਼ਨ। ਇਹਨੂੰ ਆਪਾਂ ਕੀ ਕਿਹਾ ਸੀ ਬੇਟੇ, ਵਰਕ ਫੰਕਸ਼ਨ। ਆ ਆਰਟੀਕਲ ਆਪਾਂ ਕੀਤਾ ਸੀ ਵੀ ਜਿਹੜੀ ਆ એનર્ਜੀ, ਦਿਸ ਇਜ਼ ਦੀ એનર્ਜੀ ਆਫ ਦੀ ਇਨਸੀਡੈਂਟ ਲਾਈਟ। ਓਮੇਗਾ ਨਾਟ ਜਾਂ W ਨਾਟ ਆਪਣੇ ਕੋਲ ਕੀ, ਦਿਸ ਇਜ਼ ਦੀ ਵਰਕ ਫੰਕਸ਼ਨ ਆਫ ਦੀ ਮੈਟਲ। ਕਾਈਨੈਟਿਕ એનર્ਜੀ ਆਫ ਦੀ ਇਜੈਕਟਿਡ ਇਲੈਕਟ੍ਰੋਨ ਆਪਣੇ ਕੋਲ ਕੀ ਹੋਵੇਗੀ, ਦਿਸ ਵਿਲ ਬੀ ਦੀ ਡਿਫਰੈਂਸ ਆਫ ਬੋਥ। ਠੀਕ ਹੈ ਜੀ, ਇਹਨੂੰ ਆਪਾਂ ਦੂਸਰਾ ਨਾਂ ਕੀ ਦਿੱਤਾ ਸੀਗਾ, ਆਇਨਸਟਾਈਨਸ ਇਕੁਏਸ਼ਨ। ਕੀ ਨਾਂ ਦਿੱਤਾ ਸੀ ਬੇਟੇ ਇਹਨੂੰ ਆਪਾਂ, ਆਇਨਸਟਾਈਨਸ ਇਕੁਏਸ਼ਨ। ਠੀਕ ਹੈ ਜੀ, ਇੱਥੇ ਆਪਾਂ ਨਿਊ ਦੀ ਵੈਲਿਊ ਪੁੱਟ ਕਰਤੀ ਸੀ, C ਬਾਈ ਲੈਮਡਾ, C ਬਾਈ ਲੈਮਡਾ, HC ਬਾਹਰ ਕੈਲਕੂਲੇਟ ਕਰਤਾ ਸੀ, H ਆਪਣੇ ਕੋਲ ਪਲੈਂਕਸ ਕਾਂਸਟੈਂਟ, C ਸਪੀਡ ਆਫ ਲਾਈਟ। ਕਾਈਨੈਟਿਕ એનર્ਜੀ ਕਿੰਦੇ ਬਰਾਬਰ ਹੁੰਦੀ ਹੈ, ਹਾਫ mv ਸਕੁਅਰ ਦੇ। ਇਹ ਕਲੀਅਰ ਹੋ ਗਿਆ ਸੀ ਕਿ ਨਹੀਂ ਬੇਟੇ? ਹਾਂਜੀ ਬੇਟੇ, क्लियर है बेटे? हाँ जी सर। ठीक है बेटे, फोटो इलेक्ट्रिक इफेक्ट देखो बेटे, इट इज द कॉम्बिनेशन ऑफ टू वर्ड्स, फोटो प्लस इलेक्ट्रिक। फोटो मीन्स लाइट या फोटोन्स ऑफ द लाइट। फोटोन्स बारे ਆਪਾਂ ਡਿਸਕਸ ਕਰ ਲਿਆ ਸੀ ਕਿ ਮਾਸਲੈਸ ਪਾਰਟੀਕਲਸ मूव विद द स्पीड ऑफ द लाइट, ਜਿਨ੍ਹਾਂ ਦੀ એનર્ਜੀ ਆਪਣੇ ਕੋਲ ਕੀ ਹੈ, E is equal to H into nu। ਠੀਕ ਹੈ ਜੀ, ਫੋਟੋ ਇਲੈਕਟ੍ਰਿਕ ਇਫੈਕਟ ਆਪਣੇ ਕੋਲ ਕੀ ਕਹਿੰਦਾ, ਆ ਡਾਇਗਰਾਮ ਆਪਾਂ ਜੇ ਦੇਖੀਏ, ठीक है जी, this is the incident light which is falling on the surface of the matter and h nu is its energy। ठीक है जी, if W naught is the work function then kinetic energy of ejected electron अपने को कितने बराबर होगी, E minus W naught is equal to half mv square। this is the Einstein's equation। it means photoelectric effect will take place only if E is greater than W naught, that is incident light should have energy more than the work function, that is minimum amount of the energy required to eject the electron from the surface। ਅਲੱਗ-ਅਲੱਗ ਮੈਟਲ ਵਾਸਤੇ ਜਿਹੜੀ ਹੈ W naught ਦੀ ਵੈਲਿਊ ਹੈ ਵਰਕ ਫੰਕਸ਼ਨ ਦੀ, ਇਹ ਅਲੱਗ-ਅਲੱਗ ਹੋਵੇਗੀ। ਠੀਕ ਹੈ ਜੀ, ਆਪਾਂ ਡਿਸਕਸ ਕੀਤਾ ਸੀ ਵੀ ਐਲਕਲੀ ਮੈਟਲਸ ਆ ਜਿਹੜੀਆਂ ਇਹ ਲੂਜ਼ਲੀ ਬਾਉਂਡ ਹੈ, ਇਹਨਾਂ ਦੇ ਆਊਟਰਮੋਸਟ ਸ਼ੈਲ ਚ ਇਲੈਕਟ੍ਰੋਨ, ਤੇ ਇਹਨਾਂ ਨੂੰ ਕੀ ਕੀਤਾ ਜਾ ਸਕਦਾ, ਅਲਟਰਾਵਾਇਲਟ ਲਾਈਟ ਯੂਜ਼ ਕਰਕੇ ਈਜ਼ੀਲੀ ਕੀ ਸ਼ੋ ਕੀਤਾ ਜਾ ਸਕਦਾ, ਫੋਟੋ ਇਲੈਕਟ੍ਰਿਕ ਇਫੈਕਟ। बेसिक डेफिनेशन क्लियर हुई कि नहीं है बेटे? हाँ जी बेटे, हाँ जी दसते जाया करो बेटे, जे नाल कोई टर्म तुहानू नहीं क्लीयर हुई तो डिस्कस करते जाया करो। लो बेटे, अज का जो आर्टिकल है मोस्ट इंपोर्टेंट आर्टिकल है ऑफ दिस चैप्टर, जो अपने को आऊगा क्वेश्चन बेटे,
ਇਹ ਆਪਣੇ ਕੋਲ ਕੀ ਹੈ, ਲਾਜ਼ ਆਫ ਫੋਟੋ ਇਲੈਕਟ੍ਰਿਕ ਇਮਿਸ਼ਨ। ਲਾਜ਼ ਆਫ ਫੋਟੋ ਇਲੈਕਟ੍ਰਿਕ ਇਮਿਸ਼ਨ ਸਾਰੇ ਪ੍ਰੈਜ਼ੈਂਟ ਹੈ ਬੇਟੇ? ਯੈਸ ਨੋ ਦੇ ਵਿੱਚ ਦੱਸੋ, ਉਹਨਾਂ ਪਰਾਂ ਤਾਂ ਨਹੀਂ ਚਲੇ ਗਏ ਔਨ ਕਰਕੇ? ਯੈਸ ਸਰ। ਯੈਸ ਸਰ। ਹਾਂਜੀ, ਨਾਲ ਨਾਲ ਦੱਸਦੇ ਜਾਇਓ। ਜਿਹੜਾ ਇਹ ਆਰਟੀਕਲ ਹੁਣ ਆਪਾਂ ਕਰਾਂਗੇ, ਦਿਸ ਇਜ਼ ਦੀ ਵਨ ਆਫ ਦੀ ਮੋਸਟ ਇੰਪੋਰਟੈਂਟ ਆਰਟੀਕਲ ਆਫ ਦਿਸ ਚੈਪਟਰ। ਠੀਕ ਹੈ ਜੀ, ਲਾਜ਼ ਆਫ ਫੋਟੋ ਇਲੈਕਟ੍ਰਿਕ ਇਮਿਸ਼ਨ। ਠੀਕ ਹੈ ਜੀ, ਫਸਟ ਲਾ ਆਪਣੇ ਕੋਲ ਕੀ ਹੈ ਜੇ ਆਪਾਂ ਡਿਸਕਸ ਕਰੀਏ, ਪਹਿਲਾਂ ਬੇਸਿਕਲੀ ਐਕਸਪੈਰੀਮੈਂਟਲ ਸੈਟਅਪ ਕੀ ਹੈ ਇਸ ਦਾ। ਐਕਸਪੈਰੀਮੈਂਟਲ ਸੈਟਅਪ ਦੇ ਵਿੱਚ ਵੀ ਹੈਵ ਟੇਕਨ ਅ ਟਿਊਬ, ਠੀਕ ਹੈ ਜੀ, ਥਰੂ ਵਿਚ ਹੋਲ ਆਫ ਦੀ air is evacuated, that is it is a vacuum tube। ਠੀਕ ਹੈ ਜੀ, ਇਹਦੇ ਵਿੱਚ ਆਪਾਂ ਕੀ ਕੀਤਾ, ਪੋਟੈਂਸ਼ੀਅਲ ਡਿਫਰੈਂਸ ਅਪਲਾਈ ਕਰਨ ਦੇ ਲਈ ਦੋ ਟਰਮੀਨਲਸ ਹੈ, ਨੈਗੇਟਿਵ ਵਾਲਾ ਕੈਥੋਡ, ਪੋਜ਼ਿਟਿਵ ਵਾਲਾ ਐਨੋਡ। ਬਾਹਰੋਂ ਆਪਾਂ ਵੀ ਪੋਟੈਂਸ਼ੀਅਲ ਡਿਫਰੈਂਸ ਹੈ ਜਿਹੜਾ ਉਹ ਅਪਲਾਈ ਕਰਤਾ, ਪੋਜ਼ਿਟਿਵ ਟੂ ਨੈਗੇਟਿਵ। ਠੀਕ ਹੈ ਜੀ, ਫਿਰ ਆਪਾਂ ਕੀ ਕੀਤਾ, ਅਲਟਰਾ ਵਾਇਲਟ ਰੇਡੀਏਸ਼ਨ ਹੈ ਜਿਹੜੀਆਂ ਉਹ ਫਾਲ ਕੀਤੀਆਂ। ਕਿੱਥੇ ਫਾਲ ਕੀਤੀਆਂ ਅਸੀਂ? ਕੈਥੋਡ ਤੇ। ਨੈਗੇਟਿਵ ਵਾਲਾ ਆਪਣੇ ਕੋਲ ਕੀ ਹੁੰਦਾ, ਟਰਮੀਨਲ ਕੈਥੋਡ। ਜਦੋਂ ਕੈਥੋਡ ਦੇ ਉੱਪਰ ਅਲਟਰਾ ਵਾਇਲਟ ਰੇਡੀਏਸ਼ਨ ਫਾਲ ਕੀਤੀਆਂ ਤੇ ਇਹਦੇ ਉੱਪਰ ਆਪਾਂ ਕੋਟਿੰਗ ਕੀਤੀ ਹੋਈ ਹੈ ਅਲਕਲੀ ਮੈਟਲ ਦੀ, ਤਾਂ ਆਪਣੇ ਕੋਲ ਕੀ ਹੈ, ਆਪਾਂ ਹੁਣੇ ਇਕੁਏਸ਼ਨ ਕੀਤੀ ਹੈ ਵੀ E ਮਾਈਨਸ W ਹੈ ਇਜ਼ ਇਕੁਅਲ ਟੂ ਹਾਫ mv ਸਕੇਅਰ। ਜਾਂ ਆਪਾਂ ਕਹੀਏ ਇਫ E ਇਜ਼ ਗ੍ਰੇਟਰ ਦੈਨ W, ਜੇਕਰ ਇਨਸੀਡੈਂਟ ਲਾਈਟ ਹੈ ਜਿਹੜੀ ਮੋਰ ਦੈਨ ਦੀ ਵਰਕ ਫੰਕਸ਼ਨ ਆਫ ਦੀ ਮੈਟਲ ਹੈ, ਤਾਂ ਇਹਦੇ ਵਿੱਚੋਂ ਕੀ ਨਿਕਲਣਗੇ, ਇਲੈਕਟ੍ਰੋਨਸ। ਹੁਣ ਇਹ ਕਿਹੜੀ ਪਲੇਟ ਹੈ, ਨੈਗੇਟਿਵ, ਇਹ ਇਲੈਕਟ੍ਰੋਨ ਨੂੰ ਕੀ ਕਰੇਗੀ ਬੇਟੇ, ਰਿਪੈਲ ਕਰੇਗੀ। ਇਹ ਕਿਹੜੀ ਪਲੇਟ ਹੈ, ਐਨੋਡ, ਪੋਜ਼ਿਟਿਵ। ਇਹਦਾ ਮਤਲਬ ਕੀ ਹੋਊਗਾ, ਐਜ਼ ਸੂਨ ਐਜ਼ ਇਲੈਕਟ੍ਰੋਨ ਵਿਲ ਰੀਚ ਦੀ ਐਨੋਡ, ਫਲੋ ਆਫ ਦੀ ਕਰੰਟ ਵਿਲ ਸਟਾਰਟ ਥਰੂ ਦੀ ਸਰਕਟ। ਕਿਉਂਕਿ ਸਰਕਟ ਕੀ ਹੋ ਗਿਆ ਬੇਟੇ, ਕੰਪਲੀਟ ਹੋ ਗਿਆ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਹਾਂਜੀ ਸਰ। ਇਹ ਆਪਣੇ ਕੋਲ ਐਕਸਪੈਰੀਮੈਂਟਲ ਸੈਟਅਪ ਹੈ ਜਿਹੜਾ ਅਸੀਂ ਯੂਜ਼ ਕੀਤਾ। ਠੀਕ ਹੈ ਜੀ, ਕਰੰਟ ਨੂੰ ਅਸੀਂ ਮੈਜਰ ਕੀਤਾ ਹੈ ਸੀਰੀਜ਼ ਦੇ ਵਿੱਚ ਐਮੀਟਰ ਲਾ ਕੇ, ਤੇ ਵੋਲਟ ਆਪਾਂ ਨੂੰ ਪਤਾ ਪੈਰਲਲ ਦੇ ਵਿੱਚ ਲਾ ਕੇ ਆਪਾਂ ਉਹਨੂੰ ਨੋਟ ਕਰ ਸਕਦੇ ਹਾਂ। ਹੁਣ ਜਿਹੜਾ ਇਹਦੇ ਵਿੱਚ ਮੋਸਟ ਇੰਪੋਰਟੈਂਟ ਚੀਜ਼ ਤੁਸੀਂ ਨੋਟ ਰੱਖਣੀ ਹੈ, ਉਹ ਆਪਣੇ ਕੋਲ ਕੀ ਹੈ, 1 ਫੋਟੋਨ 1 ਇਲੈਕਟ੍ਰੋਨ। 1 ਫੋਟੋਨ 1 ਇਲੈਕਟ੍ਰੋਨ। ਠੀਕ ਹੈ ਜੀ, ਇਹ ਸ਼ਬਦ ਆਪਾਂ ਯਾਦ ਰੱਖਣਾ, 1 ਫੋਟੋਨ 1 ਇਲੈਕਟ੍ਰੋਨ। ਇਟ ਮੀਨਸ ਇੱਕ ਫੋਟੋਨ ਆ ਜਿਹੜਾ ਸਿਰਫ ਉਹ ਇੱਕ ਇਲੈਕਟ੍ਰੋਨ ਨੂੰ ਹੀ ਇਜੈਕਟ ਕਰ ਸਕਦਾ, ਬਾਹਰ ਕਰ ਸਕਦਾ। ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਹਾਂਜੀ ਸਰ। ਠੀਕ ਹੈ, ਫਸਟ ਲਾ ਦੇਖੋ ਫਿਰ ਆਪਣੇ ਕੋਲ ਕੀ ਕਹਿੰਦਾ, ਅਕੋਰਡਿੰਗ ਟੂ ਦੀ ਫਸਟ ਲਾ ਜੇ ਅਸੀਂ ਦੇਖੀਏ, ਅਕੋਰਡਿੰਗ ਟੂ ਫਸਟ ਲਾ ਆਫ ਫੋਟੋ ਇਲੈਕਟ੍ਰਿਕ ਇਫੈਕਟ, ਇੰਟੈਂਸਿਟੀ ਆਫ ਦੀ ਫਾਲਿੰਗ ਲਾਈਟ, ਜਿਹੜੀ ਆ ਲਾਈਟ ਉੱਪਰੋਂ ਕੀ ਕਰ ਰਹੀ ਹੈ, ਫਾਲ ਕਰ ਰਹੀ ਹੈ, is directly proportional to the amplitude of the photoelectric current। ਧਿਆਨ ਨਾਲ ਗੱਲ ਸਮਝੋ, ਜਿਹੜਾ ਕਰੰਟ ਸਰਕਟ ਦੇ ਵਿੱਚ ਆ ਰਿਹਾ ਆਪਣੇ ਕੋਲੇ ਇੱਥੇ, ਠੀਕ ਹੈ ਜੀ, ਜਿਹੜਾ ਕਰੰਟ ਆ ਰਿਹਾ, ਜਿਹੜਾ ਉਹਦਾ ਐਂਪਲੀਟਿਊਡ ਹੈ, ਉਹਦੀ ਵੈਲਿਊ ਹੈ, ਕਹਿੰਦਾ ਮਤਲਬ ਕਰੰਟ ਦਾ ਵਧਣਾ ਜਾਂ ਕਰੰਟ ਦਾ ਘਟਣਾ, ਉਹ ਕਿਸ ਚੀਜ਼ ਤੇ ਡਿਪੈਂਡ ਕਰੀ ਜਾਂਦਾ ਹੈ, ਉਹ ਇੰਟੈਂਸਿਟੀ ਆਫ ਦੀ ਲਾਈਟ ਤੇ ਡਿਪੈਂਡ ਕਰੀ ਜਾਂਦਾ। ਕਿਹਦੇ ਤੇ ਡਿਪੈਂਡ ਕਰੀ ਜਾਂਦਾ ਬੇਟੇ? ਇੰਟੈਂਸਿਟੀ ਆਫ ਦੀ ਲਾਈਟ। ਇੰਟੈਂਸਿਟੀ ਦਾ ਮਤਲਬ, ਇੰਟੈਂਸਿਟੀ ਦਾ ਮਤਲਬ ਬੇਟੇ, ਇੰਟੈਂਸਿਟੀ ਦਾ ਮਤਲਬ ਹੈ ਵੀ ਕਿੰਨੇ ਫੋਟੋਨਸ ਆ ਜਿਹੜੇ ਉਹਦੇ ਉੱਪਰ ਫਾਲ ਕਰ ਰਹੇ ਹੈ। ਜੇ ਜ਼ਿਆਦਾ ਫੋਟੋਨਸ ਫਾਲ ਕਰ ਰਹੇ ਹੈ ਤਾਂ ਲਾਈਟ ਇੰਟੈਂਸ ਹੈ, ਜੇ ਘੱਟ ਫੋਟੋਨ ਪਰ ਯੂਨਿਟ ਏਰੀਆ ਜਾਂ ਪਰ ਯੂਨਿਟ ਵੋਲਿਊਮ ਫਾਲ ਕਰ ਰਹੇ ਹੈ ਤਾਂ ਇੰਟੈਂਸਿਟੀ ਆਪਣੇ ਕੋਲ ਕੀ ਹੈ, ਲੋ ਹੈ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਯੈਸ ਸਰ। ਇਹਦਾ ਮਤਲਬ ਇੰਟੈਂਸਿਟੀ ਸਾਡੇ ਕੋਲ ਕੀ ਦੱਸੀ ਜਾਂਦੀ ਹੈ, ਨੰਬਰ ਆਫ ਫੋਟੋਨਸ ਫਾਲਿੰਗ ਔਨ ਮੈਟਲ ਸਰਫੇਸ। ਜੇ ਇੰਟੈਂਸਿਟੀ ਜ਼ਿਆਦਾ ਹੈ ਤਾਂ ਜ਼ਿਆਦਾ ਨੰਬਰ ਆਫ ਫੋਟੋਨਸ ਆ ਜਿਹੜੇ ਉਹ ਕੀ ਕਰ ਰਹੇ ਆ, ਫਾਲ ਕਰ ਰਹੇ ਆ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ?
Yes, sir. दूसरी गल समझो एनर्जी, जे ਆਪਾਂ ਕਹੀਏ ਫ੍ਰੀਕੁਐਂਸੀ, ਜਿਹੜੀ ਫ੍ਰੀਕੁਐਂਸੀ ਹੈ ਉਹ ਕਿਹਦੇ ਨਾਲ ਰਿਲੇਟਡ ਹੈ? એનર્ਜੀ ਨਾਲ। ਉਹ ਕਿਹਦੇ ਨਾਲ ਰਿਲੇਟਡ ਹੈ? એનર્ਜੀ ਨਾਲ। ਜੇਕਰ ਫ੍ਰੀਕੁਐਂਸੀ ਜ਼ਿਆਦਾ ਹੋ ਜਾਵੇਗੀ, ਜੇ ਫ੍ਰੀਕੁਐਂਸੀ ਵੱਧਦੀ ਹੈ, ਇਨਕਰੀਜ਼ ਕਰਦੀ ਹੈ, ਤਾਂ ਨੰਬਰ ਆਫ ਫੋਟੋਨਸ ਨਹੀਂ ਵਧਣਗੇ, ਨੰਬਰ ਆਫ ਫੋਟੋਨਸ ਉਨੇ ਹੀ ਰਹਿਣਗੇ, ਪਰ ਹਰੇਕ ਫੋਟੋਨ ਦੀ એનર્ਜੀ ਕੀ ਹੋਊਗੀ? ਵਧੂਗੀ। ਦੱਸੋ ਬੇਟੇ ਫਰਕ ਪਤਾ ਲੱਗਿਆ ਕਿ ਨਹੀਂ ਲੱਗਿਆ ਦੋਵਾਂ 'ਚ? ਹਾਂਜੀ। हाँ जी सर। ਦੁਬਾਰਾ ਦੇਖੋ, ਰਿਵਾਈਜ਼ ਕਰਦੇ ਹਾਂ। ਜੇਕਰ ਲਾਈਟ ਦੀ ਇੰਟੈਂਸਿਟੀ ਵਧੂਗੀ ਤਾਂ ਕੀ ਵਧੂਗਾ? ਇੰਟੈਂਸਿਟੀ ਵਧਣ Number of ਨਾਲ ਕੀ ਵਧੂਗਾ photons. ਬੇਟੇ? ਵੈਰੀ ਗੁੱਡ ਬੇਟੇ। Photon. ਕੀ ਵਧੂਗਾ? Number of photons. ਲਾਊਡ ਸਪੀਕਰ ਆਫ ਕਰੋ ਬੇਟੇ। ਇੰਟੈਂਸਿਟੀ ਵਧੂਗੀ ਤਾਂ ਨੰਬਰ ਆਫ ਫੋਟੋਨਸ ਇਨਕਰੀਜ਼ ਕਰਨਗੇ, ਠੀਕ ਹੈ ਜੀ। ਤੇ ਜੇ ਫ੍ਰੀਕੁਐਂਸੀ ਵਧੂਗੀ ਤਾਂ ਕੀ ਇਨਕਰੀਜ਼ ਕਰੂਗਾ ਬੇਟੇ? Sir, energy. ਹਾਂਜੀ, એનર્ਜੀ ਆਫ ਫੋਟੋਨਸ। ਸਮਝ ਲੱਗੀ ਕਿ ਨਹੀਂ ਲੱਗੀ ਬੇਟੇ? ਇਹ ਗੱਲ ਮੋਸਟ ਇੰਪੋਰਟੈਂਟ ਹੈ, ਇਹ ਗੱਲ। ਹਾਂਜੀ ਲੱਗ। ਤੇ ਫਿਨੋਮਨਾ ਕੀ ਹੈ? 1 ਫੋਟੋਨ 1 ਇਲੈਕਟ੍ਰੋਨ। ਫਿਨੋਮਨਾ ਕੀ ਹੈ? 1 ਫੋਟੋਨ 1 ਇਲੈਕਟ੍ਰੋਨ। ਕਹਿਣ ਦਾ ਮਤਲਬ ਇੱਕ ਫੋਟੋਨ ਨੇ ਕੀ ਕਰਨਾ ਬੇਟੇ? ਇੱਕ ਇਲੈਕਟ੍ਰੋਨ ਨੂੰ ਇੱਕ ਹੀ ਇਜੈਕਟ ਇਲੈਕਟ੍ਰੋਨ ਕਰਨਾ ਹੈ। ਤੇ ਇਜੈਕਟ ਕਰਨ ਦੀ ਕੰਡੀਸ਼ਨ ਕੀ ਹੈ? ਵਰਕ ਫੰਕਸ਼ਨ। ਜੇਕਰ ਇਨਸੀਡੈਂਟ ਲਾਈਟ ਵਰਕ ਫੰਕਸ਼ਨ ਤੋਂ ਜ਼ਿਆਦਾ ਹੋਊਗੀ ਤਾਂ ਹੀ ਇਲੈਕਟ੍ਰੋਨ ਹੈ ਜਿਹੜਾ ਬਾਹਰ ਆਏਗਾ। ਸਮਝ ਗਏ ਕਿ ਨਹੀਂ ਬੇਟੇ? ਹਾਂਜੀ। Yes, sir. ਠੀਕ ਹੈ, ਫਿਰ ਫਸਟ ਲਾ ਦੇਖੋ ਕੀ ਕਹਿੰਦਾ ਆਪਣੇ ਕੋਲੇ। According to first law of photoelectric effect, intensity of the falling light is directly proportional to the amplitude of the photoelectric current। ਕਹਿੰਦਾ ਮਤਲਬ ਇੰਟੈਂਸਿਟੀ ਵਧੂਗੀ ਤਾਂ ਕੀ ਵਧੂਗਾ? ਨੰਬਰ ਆਫ ਫੋਟੋਨਸ ਵੱਧ ਜਾਣਗੇ। ਹਰੇਕ ਫੋਟੋਨ ਨੇ ਇੱਕ ਇਲੈਕਟ੍ਰੋਨ ਨੂੰ ਬਾਹਰ ਕੱਢਣਾ, ਜੇ ਨੰਬਰ ਆਫ ਇਲੈਕਟ੍ਰੋਨ ਵੱਧ ਗਏ ਤਾਂ ਕਰੰਟ ਵੀ ਕੀ ਹੋਊਗਾ? ਵੱਧ ਜਾਊਗਾ। ਸਮਝ ਲੱਗੀ ਕਿ ਨਹੀਂ ਲੱਗੀ ਬੇਟੇ? ਜੇ ਇੰਟੈਂਸਿਟੀ ਵਧੂਗੀ ਤਾਂ ਕਰੰਟ ਵਧੂਗਾ। I is directly proportional to I, ਐ ਯਾਦ ਰੱਖ ਲਓ। I is directly proportional to I। ਇੰਟੈਂਸਿਟੀ ਵਧੂਗੀ ਤਾਂ ਕਰੰਟ ਇਨਕਰੀਜ਼ ਹੋਏਗਾ, ਠੀਕ ਹੈ। ਇਸ ਚੀਜ਼ ਨੂੰ ਆਪਾਂ ਸ਼ੋਅ ਕਰਨ ਦੇ ਲਈ ਇੱਕ ਗ੍ਰਾਫ ਬਣਾਇਆ। ਇੱਕ ਸਾਈਡ ਤੇ ਅਸੀਂ ਰੱਖਿਆ ਪੋਟੈਂਸ਼ੀਅਲ ਡਿਫਰੈਂਸ, ਦੂਸਰੀ ਸਾਈਡ ਤੇ ਆਪਾਂ ਰੱਖਿਆ ਕਰੰਟ, ਠੀਕ ਹੈ ਜੀ। ਆਪਾਂ ਕੀ ਕੀਤਾ? ਪਹਿਲਾਂ I ਇੰਟੈਂਸਿਟੀ ਦੀ ਲਾਈਟ ਹੈ ਜਿਹੜੀ ਉਹ ਫਾਲ ਕੀਤੀ, ਫਿਰ 2I ਡਬਲ ਕਰਤੀ, ਫਿਰ ਟ੍ਰਿਪਲ ਕਰਤੀ। ਤਾਂ ਧਿਆਨ ਨਾਲ ਦੇਖੋ ਕੀ ਹੋ ਰਿਹਾ ਹੈ। ਜਦੋਂ I ਇੰਟੈਂਸਿਟੀ ਫਾਲ ਕੀਤੀ ਤਾਂ ਕਰੰਟ ਇੰਨਾ ਹੈ, ਆਹ ਵਾਲਾ। ਜਦੋਂ ਇੰਟੈਂਸਿਟੀ ਨੂੰ ਡਬਲ ਕੀਤਾ ਤਾਂ ਕਰੰਟ ਵੀ ਕੀ ਹੋ ਗਿਆ? ਇਨਕਰੀਜ਼ ਹੋ ਗਿਆ। ਜਦੋਂ ਟ੍ਰਿਪਲ ਕੀਤਾ ਤਾਂ ਕਰੰਟ ਕੀ ਹੋ ਗਿਆ? ਹੋਰ ਇਨਕਰੀਜ਼ ਹੋ ਗਿਆ। ਇੱਧਰ ਦੇਖੋ ਨਾ, ਇੱਧਰ ਵੱਧ ਰਿਹਾ, ਆਹ ਦੇਖੋ। ਇਹ ਪੁਆਇੰਟ ਦੱਸੋ ਬੇਟੇ, ਕਲੀਅਰ ਹੋਇਆ ਕਿ ਨਹੀਂ ਹੋਇਆ? ਹਾਂਜੀ। ਇਹਦਾ ਮਤਲਬ ਐਜ਼ ਵੀ ਆਰ ਇਨਕਰੀਜ਼ਿੰਗ ਦੀ ਇੰਟੈਂਸਿਟੀ, ਕਰੰਟ is also increasing because it is a phenomena of 1 photon 1 electron, ਠੀਕ ਹੈ ਜੀ। ਇਹ ਸੀਗਾ ਫਸਟ ਲਾਅ। ਕਹਿੰਦਾ ਮਤਲਬ ਜੇ ਇੰਟੈਂਸਿਟੀ ਵਧਾਵਾਂਗੇ ਤਾਂ ਕਰੰਟ ਇਨਕਰੀਜ਼ ਕਰੇਗਾ, ਫ੍ਰੀਕੁਐਂਸੀ ਇਨਕਰੀਜ਼ ਨਹੀਂ ਕਰੇਗੀ, ਠੀਕ ਹੈ ਜੀ। We know that photoelectric effect is 1 photon 1 electron phenomenon. So more photons means more electrons. By increasing the intensity of the light, photoelectric current will increases linearly। linearly मतलब directly proportional। सेकंड लॉ देखो बेटे, ਹੁਣ ਸੈਕੰਡ ਲਾ ਦੇਖੋ ਕੀ ਕਹਿੰਦਾ। ਇਹ ਗੱਲ ਕਰ ਰਿਹਾ ਫ੍ਰੀਕੁਐਂਸੀ ਦੀ। According to second law photoelectric emission, the frequency of the incident radiation should be greater than the threshold frequency of the metal on which it is falling। ਇਹ ਤਾਂ ਸਿੰਪਲ ਜੀ ਗੱਲ ਹੀ, ਕਲੀਅਰ ਹੋ ਗਈ ਕਿ ਨਹੀਂ ਹੋਗੀ? ਵਰਕ ਫੰਕਸ਼ਨ ਵਾਲੀ।
ਵੀ ਜਿਹੜੀ એનર્ਜੀ ਤੁਸੀਂ ਫਾਲ ਕਰ ਰਹੇ ਹੋ ਉਹ ਗ੍ਰੇਟਰ ਦੈਨ ਕੀ ਹੋਣੀ ਚਾਹੀਦੀ ਹੈ, ਵਰਕ ਫੰਕਸ਼ਨ ਤੋਂ। ਜੇ ਵਰਕ ਫੰਕਸ਼ਨ ਤੋਂ ਵੱਡੀ ਨਹੀਂ ਹੈਗੀ ਦੈਨ ਨੋ ਫੋਟੋ ਇਲੈਕਟ੍ਰਿਕ ਇਫੈਕਟ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਦੈਨ ਨੋ ਫੋਟੋ ਇਲੈਕਟ੍ਰਿਕ ਇਫੈਕਟ। ਇਹਦਾ ਮਤਲਬ ਜੇਕਰ ਫੋਟੋ ਇਲੈਕਟ੍ਰਿਕ ਇਫੈਕਟ ਕਰਨਾ ਹੈ ਤਾਂ ਜਿਹੜੀ ਲਾਈਟ ਫਾਲ ਕਰ ਰਹੀ ਹੈ ਮੈਟਲ ਦੇ ਸਰਫੇਸ ਦੇ ਉੱਪਰ, ਜਿਹੜੀ ਲਾਈਟ ਕੀ ਕਰ ਰਹੀ ਹੈ, ਫਾਲ ਕਰ ਰਹੀ ਹੈ ਮੈਟਲ ਦੇ ਸਰਫੇਸ ਦੇ ਉੱਪਰ, ਜਿਹੜੀ એનર્ਜੀ E ਹੈ ਇਹਦੀ, ਇਹ ਕੀ ਹੋਣੀ ਚਾਹੀਦੀ ਹੈ? E ਸ਼ੁੱਡ ਬੀ ਗ੍ਰੇਟਰ ਦੈਨ W, ਵਰਕ ਫੰਕਸ਼ਨ ਤੋਂ ਜ਼ਿਆਦਾ ਹੋਣੀ ਚਾਹੀਦੀ ਹੈ। ਜੇਕਰ ਜ਼ਿਆਦਾ ਹੋਊਗੀ ਤਾਂ ਹੀ ਇਹਦੇ ਵਿੱਚੋਂ ਕੀ ਨਿਕਲਣਗੇ? ਇਲੈਕਟ੍ਰੋਨਸ। ਜਦੋਂ ਇਲੈਕਟ੍ਰੋਨ ਮੈਟਲ ਦੇ ਸਰਫੇਸ ਚੋਂ ਨਿਕਲੇ ਤਾਂ ਇਸ ਫੈਨੋਮੇਨਨ ਨੂੰ ਅਸੀਂ ਕੀ ਕਿਹਾ? ਫੋਟੋ ਇਲੈਕਟ੍ਰਿਕ ਇਫੈਕਟ। ਇਲੈਕਟ੍ਰਿਕ ਇਹਨੂੰ ਆਪਾਂ ਕੀ ਕਿਹਾ ਬੇਟੇ? ਫੋਟੋ ਇਲੈਕਟ੍ਰਿਕ ਇਫੈਕਟ। ਸੈਕੰਡ ਲਾਅ ਕਲੀਅਰ ਹੋ ਗਿਆ ਕਿ ਨਹੀਂ ਹੋ ਗਿਆ ਬੇਟੇ? ਫॉर ਦੀ ਫੋਟੋ ਇਲੈਕਟ੍ਰਿਕ ਇਫੈਕਟ ਟੂ ਟੇਕ ਪਲੇਸ, ਇਨਸੀਡੈਂਟ ਲਾਈਟ ਦੀ એનર્ਜੀ ਕੀ ਹੋਣੀ ਚਾਹੀਦੀ ਹੈ? ਮੋਰ ਦੈਨ ਦੀ ਵਰਕ ਫੰਕਸ਼ਨ। ਠੀਕ ਹੈ, ਇਨਸੀਡੈਂਟ ਲਾਈਟ ਦੀ એનર્ਜੀ ਕੀ ਹੋਣੀ ਚਾਹੀਦੀ? ਮੋਰ ਦੈਨ ਵਰਕ ਫੰਕਸ਼ਨ। ਇਹਨੂੰ ਆਪਾਂ ਲਿਖ ਲਿਆ ਐਚ ਨਿਊ, ਵਰਕ ਫੰਕਸ਼ਨ ਨੂੰ ਆਪਾਂ ਲਿਖ ਲਿਆ ਐਚ ਨਿਊ ਨੋਟ। ਇਹਦਾ ਮਤਲਬ ਕੱਟ ਦੀ ਵਿੱਚੋਂ, ਇਹਦਾ ਮਤਲਬ ਫ੍ਰੀਕੁਐਂਸੀ ਆਫ ਦੀ ਇਨਸੀਡੈਂਟ ਲਾਈਟ ਸ਼ੁੱਡ ਬੀ ਮੋਰ ਦੈਨ ਦੀ frequency needed for the electron to be ejected from the surface of the metal। ਕਲੀਅਰ ਹੈ? ਇਸ ਲਈ ਹਰੇਕ ਮੈਟਲ ਦਾ ਵਰਕ ਫੰਕਸ਼ਨ ਕੀ ਹੋਊਗਾ? ਅਲੱਗ-ਅਲੱਗ ਹੋਊਗਾ ਉਹਦੇ ਮੈਟਲ ਦੇ ਬਿਹੇਵੀਅਰ ਦੇ ਅਕੋਰਡਿੰਗਲੀ। ਠੀਕ ਹੈ, ਥਰਡ ਲਾ ਦੇਖੋ, ਜਿਹੜਾ ਉੱਪਰ ਆ ਬਣਿਆ ਹੋਇਆ ਥਰਡ ਲਾ ਦਾ। ਥਰਡ ਲਾ ਕੀ ਕਹਿੰਦਾ ਬੇਟੇ? ਕਾਈਨੈਟਿਕ એનર્ਜੀ ਐਂਡ ਫ੍ਰੀਕੁਐਂਸੀ ਦੇ ਵਿੱਚ ਕੀ ਰਿਲੇਸ਼ਨ ਹੈ? ਕਾਈਨੈਟਿਕ એનર્ਜੀ ਦਾ ਮਤਲਬ ਇਲੈਕਟ੍ਰੋਨ ਜਿਹੜਾ ਇਜੈਕਟ ਹੋਇਆ ਉਹ ਕਿੰਨਾ ਕੁ ਫਾਸਟ ਮੂਵ ਕਰੂਗਾ। ਠੀਕ ਹੈ ਜੀ। ਹੁਣ ਜੇ ਅਸੀਂ ਇੰਟੈਂਸਿਟੀ ਵਧਾ ਦਈਏ ਲਾਈਟ ਦੀ ਤਾਂ ਨੰਬਰ ਆਫ ਇਲੈਕਟ੍ਰੋਨਸ ਵੱਧ ਜਾਣਗੇ, ਹਾਂਜੀ ਪਰ ਉਹਨਾਂ ਦੀ ਫ੍ਰੀਕੁਐਂਸੀ, ਕਹਿਣ ਦਾ ਮਤਲਬ ਕਾਈਨੈਟਿਕ એનર્ਜੀ ਨਹੀਂ ਵਧੂਗੀ, ਕਿਉਂਕਿ ਕਾਈਨੈਟਿਕ એનર્ਜੀ ਕਹਿੰਦੇ ਪ੍ਰਪੋਰਸ਼ਨਲ ਹੈ, ਉਹ ਤਾਂ ਫ੍ਰੀਕੁਐਂਸੀ ਦੇ ਪ੍ਰਪੋਰਸ਼ਨਲ ਹੈ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਤੇ ਜੇ ਹਾਂਜੀ ਅਸੀਂ ਫ੍ਰੀਕੁਐਂਸੀ ਵਧਾ ਦੇਾਂਗੇ ਫਿਰ ਕੀ ਹੈ? ਨੰਬਰ ਆਫ ਇਲੈਕਟ੍ਰੋਨ ਨਹੀਂ ਵਧਣਗੇ, ਕਿਉਂਕਿ ਉਹ ਤਾਂ ਇੰਟੈਂਸਿਟੀ ਦੇ ਪ੍ਰਪੋਰਸ਼ਨਲ ਹੈ। ਜੇ ਫ੍ਰੀਕੁਐਂਸੀ ਵਧਾਵਾਂਗੇ ਤਾਂ ਕੀ ਇਨਕਰੀਜ਼ ਕਰੂਗਾ? ਕਾਈਨੈਟਿਕ એનર્ਜੀ। ਜੀ ਠੀਕ ਹੈ ਜੀ। ਤੇ ਜੇ ਅਸੀਂ ਆਹ ਗ੍ਰਾਫ ਨੂੰ ਵੇਖੀਏ, ਇਸ ਗ੍ਰਾਫ ਦੇ ਉੱਪਰ ਆਪਾਂ ਨਿਗਾਹ ਮਾਰੀਏ ਤਾਂ ਆਪਣੇ ਕੋਲੇ ਕੀ ਹੈ ਬੇਟੇ? ਇੱਕ ਸਾਈਡ ਤੇ ਆਪਣੇ ਕੋਲ ਪੋਜ਼ਿਟਿਵ ਪੋਟੈਂਸ਼ੀਅਲ ਹੈ, ਕਹਿਣ ਦਾ ਮਤਲਬ ਇਧਰਲੀ ਸਾਈਡ ਤੇ ਪੋਟੈਂਸ਼ੀਅਲ ਹੈ V, ਇਧਰਲੀ ਸਾਈਡ ਤੇ ਕਰੰਟ ਹੈ। ਠੀਕ ਹੈ, ਆ ਆਪਣੇ ਕੋਲ ਸਟਾਪਿੰਗ ਪੋਟੈਂਸ਼ੀਅਲ, ਇਹਨੂੰ ਆਪਾਂ ਕੀ ਕਹਿੰਦੇ ਆ? ਸਟਾਪਿੰਗ ਪੋਟੈਂਸ਼ੀਅਲ। ਇਧਰਲੀ ਸਾਈਡ ਤੇ ਪੋਟੈਂਸ਼ੀਅਲ ਹੈ ਨਾ। ਸਟਾਪਿੰਗ ਪੋਟੈਂਸ਼ੀਅਲ ਦਾ ਮਤਲਬ ਇਲੈਕਟ੍ਰੋਨ ਜਿਹੜਾ ਇਜੈਕਟ ਹੋਇਆ ਉਹਨੂੰ ਰੋਕਣ ਵਾਸਤੇ ਜਿੰਨੀ ਆਪਾਂ ਨੂੰ એનર્ਜੀ ਚਾਹੀਦੀ ਹੈ, ਕਿਉਂਕਿ ਪੋਟੈਂਸ਼ੀਅਲ ਆਪਣੇ ਕੋਲ ਕਹਿੰਦੇ ਬਰਾਬਰ ਹੁੰਦਾ W/Q ਦੇ ਬਰਾਬਰ ਹੁੰਦਾ ਹੈ ਨਾ। ਆਪਾਂ ਕੀਤਾ ਸੀ ਨਾ ਬੇਟੇ ਫਸਟ ਯੂਨਿਟ 'ਚ, ਇਹਦਾ ਯੂਨਿਟ V ਸੀ, ਇਹ ਵਰਕ ਹੈ, ਇਹ Q ਚਾਰਜ ਹੈ। ਇੱਕ ਚਾਰਜ Q ਨੂੰ ਇੱਕ ਪੁਆਇੰਟ ਤੋਂ ਦੂਸਰੇ ਪੁਆਇੰਟ ਤੱਕ ਮੂਵ ਕਰਨ ਦੇ ਲਈ ਜਿੰਨਾ ਵਰਕ ਕਰਨਾ ਪੈਂਦਾ ਉਹਨੂੰ ਪੋਟੈਂਸ਼ੀਅਲ ਕਿਹਾ ਸੀ। ਇਹਦਾ ਮਤਲਬ ਰੋਕਣ ਦੇ ਲਈ ਜਿੰਨਾ ਇਲੈਕਟ੍ਰੋਨ ਜਿਹੜਾ ਇਜੈਕਟ ਹੋਇਆ ਉਹਦੇ 'ਚ ਕਾਈਨੈਟਿਕ એનર્ਜੀ ਜ਼ਿਆਦਾ ਹੋਏਗੀ, ਤਾਂ ਉਹਨੂੰ ਰੋਕਣ ਲਈ ਸਟਾਪਿੰਗ ਪੋਟੈਂਸ਼ੀਅਲ ਵੀ ਕੀ ਚਾਹੀਦਾ ਬੇਟੇ? ਜ਼ਿਆਦਾ। ਜੇ ਕੋਈ ਫਾਸਟ ਚੀਜ਼ ਆ ਰਹੀ ਹੈ ਤਾਂ ਉਹਨੂੰ ਰੋਕਣ ਵਾਸਤੇ ਜ਼ੋਰ ਕੀ ਲਾਉਣਾ ਪਊਗਾ? ਵਰਕ ਕੀ ਕਰਨਾ ਪਊਗਾ? ਜ਼ਿਆਦਾ ਕਰਨਾ ਪਊਗਾ। ਤਾਂ ਧਿਆਨ ਨਾਲ ਇਸ ਕਨਸੈਪਟ ਨੂੰ ਸਮਝੋ। ਜੇਕਰ ਫ੍ਰੀਕੁਐਂਸੀ ਇਨਕਰੀਜ਼ ਕਰ ਦਈਏ ਇਨਸੀਡੈਂਟ ਲਾਈਟ ਦੀ ਤਾਂ ਕੀ ਹੋਊਗਾ? ਕਾਈਨੈਟਿਕ એનર્ਜੀ ਆਫ ਇਲੈਕਟ੍ਰੋਨ ਕੀ ਹੋਊਗੀ? ਇਨਕਰੀਜ਼ ਕਰ ਜੂਗੀ। ਜੇ ਕਾਈਨੈਟਿਕ એનર્ਜੀ ਆਫ ਇਲੈਕਟ੍ਰੋਨ ਇਨਕਰੀਜ਼ ਕਰ ਗਈ ਤਾਂ ਉਹਨੂੰ ਰੋਕਣ ਵਾਸਤੇ ਜਿਹੜਾ ਆਪਾਂ ਨੂੰ ਵਰਕ ਕਰਨਾ ਪਊਗਾ ਉਹ ਵੀ ਕੀ ਹੋ ਜਾਊਗਾ? ਮੋਰ ਹੋ ਜਾਊਗਾ। ਸਟਾਪਿੰਗ ਪੋਟੈਂਸ਼ੀਅਲ ਕੀ ਹੋ ਜਾਊਗਾ? ਮੋਰ। ਕਲੀਅਰ ਹੈ ਬੇਟੇ? ਹਾਂਜੀ ਹੁਣ ਇਸ ਕੇਸ 'ਚ ਦੇਖੋ, ਇੱਕ ਵਾਰੀ ਫ੍ਰੀਕੁਐਂਸੀ ν1 ਹੈ, ν2 ਹੈ, ν3 ਹੈ। ਫ੍ਰੀਕੁਐਂਸੀ ਨੂੰ ਅਸੀਂ ਵਧਾਇਆ ਹੈ 1 2 ਤੇ ਫਿਰ 3। ਧਿਆਨ ਨਾਲ ਦੇਖੋ 1 2 ਤੇ 3 ਕਰਨ ਨਾਲ ਉਹਦੀ ਇੰਟੈਂਸਿਟੀ ਦੇ ਉੱਪਰ ਕੋਈ ਫਰਕ ਨਹੀਂ ਪਿਆ, ਕਰੰਟ ਦੇ ਵਿੱਚ ਕੋਈ ਫਰਕ ਨਹੀਂ ਪਿਆ।
ਕਿਉਂਕਿ ਕਰੰਟ ਕਿੰਦੇ ਪ੍ਰੋਪੋਰਸ਼ਨਲ ਸੀ, ਉਹ ਤਾਂ ਇੰਟੈਂਸਿਟੀ ਦੇ ਸੀ। ਤੁਸੀਂ ਇੰਟੈਂਸਿਟੀ ਕੀ ਰੱਖੀ ਹੈ, ਸੇਮ। ਇਨਕਰੀਜ਼ ਕਿਹਨੂੰ ਕਰ ਰਹੇ ਹੋ, ਫ੍ਰੀਕੁਐਂਸੀ ਨੂੰ। ਫ੍ਰੀਕੁਐਂਸੀ ਇਨਕਰੀਜ਼ ਕਰੋਗੇ ਤਾਂ ਕੀ ਇਨਕਰੀਜ਼ ਹੋਊਗਾ, ਕਾਈਨੈਟਿਕ એનર્ਜੀ। ਸਾਨੂੰ ਕਿਵੇਂ ਪਤਾ ਲੱਗੂ ਵੀ ਕਾਈਨੈਟਿਕ એનર્ਜੀ ਇਨਕਰੀਜ਼ ਹੋ ਗਈ, ਤਾਂ ਕੀ ਵੱਧ ਜੂਗਾ ਉਹਦਾ, ਸਟਾਪਿੰਗ ਪੋਟੈਂਸ਼ੀਅਲ। ਕੀ ਇਨਕਰੀਜ਼ ਕਰ ਜੂਗਾ, ਸਟਾਪਿੰਗ ਪੋਟੈਂਸ਼ੀਅਲ। ਤਾਂ ਡਾਇਗਰਾਮ 'ਚ ਦੇਖੋ 01 02 03, ਜਦੋਂ ਫ੍ਰੀਕੁਐਂਸੀ 1 ਸੀ ਤਾਂ ਸਟਾਪਿੰਗ ਪੋਟੈਂਸ਼ੀਅਲ ਆ ਸੀ, 2 ਤੇ ਇਹ ਹੋ ਗਿਆ, 3 ਤੇ ਇਹ ਹੋ ਗਿਆ। ਇਹਦਾ ਮਤਲਬ ਸਟਾਪਿੰਗ ਪੋਟੈਂਸ਼ੀਅਲ ਕੀ ਹੋ ਰਿਹਾ, ਇਨਕਰੀਜ਼ ਕਰ ਰਿਹਾ, ਕਿਉਂਕਿ ਤੁਸੀਂ ਫ੍ਰੀਕੁਐਂਸੀ ਵੀ ਕੀ ਕਰ ਰਹੇ ਹੋ, ਇਨਕਰੀਜ਼ ਕਰ ਰਹੇ ਹੋ। ਇਹਦਾ ਮਤਲਬ ਥਰਡ ਲਾ ਆਪਣੇ ਕੋਲ ਕੀ ਕਹਿੰਦਾ, ਥਰਡ ਲਾ ਆਪਣੇ ਕੋਲ ਕੀ ਕਹਿੰਦਾ ਬੇਟੇ, ਧਿਆਨ ਨਾਲ ਦੇਖੋ ਥਰਡ ਲਾ ਕੀ ਕਹਿੰਦਾ, according to the third law of photoelectric emission, according to third law of photoelectric emission, the frequency of incident light more than the threshold frequency of the metal will be used to impart the kinetic energy to the ejected electron। ठीक है, फिर stopping potential the definition, it is the amount of the opposing potential which is applied to stop the moving or ejected to move the stop the ejected electron। ਜਿਹੜਾ ਇਲੈਕਟ੍ਰੋਨ ਕੀ ਹੋਇਆ, ਇਜੈਕਟ ਹੋਇਆ, ਉਹਨੂੰ ਸਟਾਪ ਕਰਨ ਦੇ ਲਈ ਜਿੰਨਾ ਪੋਟੈਂਸ਼ੀਅਲ ਸਾਨੂੰ ਅਪਲਾਈ ਕਰਨਾ ਪਊਗਾ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ, ਉਹਨੂੰ ਅਸੀਂ ਕੀ ਕਵਾਂਗੇ, ਸਟਾਪਿੰਗ ਪੋਟੈਂਸ਼ੀਅਲ। ਡਾਇਗਰਾਮ ਤੋਂ ਕੀ ਹੈ, ਮੋਰ ਵਿਲ ਬੀ ਦੀ ਕਾਈਨੈਟਿਕ એનર્ਜੀ, ਮੋਰ ਵਿਲ ਬੀ ਦੀ ਅਪੋਜ਼ਿੰਗ ਪੋਟੈਂਸ਼ੀਅਲ। ਫ੍ਰੀਕੁਐਂਸੀ 3 ਵਾਸਤੇ ਕਾਈਨੈਟਿਕ એનર્ਜੀ ਜ਼ਿਆਦਾ ਹੈ, ਸਟਾਪਿੰਗ ਪੋਟੈਂਸ਼ੀਅਲ ਵੀ ਜ਼ਿਆਦਾ ਹੈ। ਫ੍ਰੀਕੁਐਂਸੀ 2 ਘਟਾਤੀ, ਕਾਈਨੈਟਿਕ એનર્ਜੀ ਵੀ ਘਟ ਗਈ, ਸਟਾਪਿੰਗ ਪੋਟੈਂਸ਼ੀਅਲ ਵੀ ਘਟ ਗਿਆ। ਹੋਰ ਫ੍ਰੀਕੁਐਂਸੀ ਘਟਾਤੀ, ਹੋਰ ਕਾਈਨੈਟਿਕ એનર્ਜੀ ਘਟ ਗਈ, ਸਟਾਪਿੰਗ ਪੋਟੈਂਸ਼ੀਅਲ ਵੀ ਘਟ ਗਿਆ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ, ਹਾਂਜੀ। ਹਾਂਜੀ यस सर। फोर्थ लॉ देखो फिर, फोर्थ लॉ की दसदा टाइम, फोर्थ लॉ दसदा टाइम। कहना मतलब कितना टाइम लगूगा इलैक्ट्रॉन ਨੂੰ ਇਜੈਕਟ ਹੋਣ ਤੇ ਜਦੋਂ ਲਾਈਟ ਉਹਦੇ ਉੱਪਰ ਆ ਕੇ ਫਾਲ ਕਰੂਗੀ ਤਾਂ ਉਹ ਹੋਊਗਾ ਆਲਮੋਸਟ ਇੰਸਟੈਂਟੇਨੀਅਸਲੀ। ਇੰਸਟੈਂਟੇਨੀਅਸ ਦਾ ਮਤਲਬ ਉਦੋਂ ਹੀ ਹੋ ਜਾਏਗਾ, ਕਿਉਂਕਿ ਟਾਈਮ ਲੈਗ ਕਿੰਨਾ 10⁻⁹ ਸੈਕਿੰਡ। ਟਾਈਮ ਲੈਗ ਕਿੰਨਾ 10⁻⁹ ਸੈਕਿੰਡ। ਦੇਖੋ ਫਿਰ, according to the fourth law of photoelectric emission, there is no time lag between the incident photon and the ejected electron because collision between photon and electron is elastic collision। ਠੀਕ ਹੈ ਜੀ, ਇਲਾਸਟਿਕ ਕੋਲੀਜਨ ਕਿਹੜਾ ਹੁੰਦਾ ਸੀਗਾ, ਜਿਹਦੀ ਮੋਮੈਂਟਮ ਤੇ ਕਾਈਨੈਟਿਕ એનર્ਜੀ ਕੀ ਹੈ, ਕੰਜ਼ਰਵਡ ਹੈ। ਫਸਟ +1 ਚ ਕੀਤਾ ਸੀ। ਸਾਰੀ ਦੀ ਸਾਰੀ એનર્ਜੀ of the incident photon is transferred to the electron without any lag of time। ਕਹਿੰਦਾ ਮਤਲਬ ਇਹਦੇ ਵਿੱਚ ਅਸੀਂ ਆਹ ਚੀਜ਼ ਕਰ ਰਹੇ ਹਾਂ ਵੀ ਜਿਹੜਾ ਇੰਸਟੈਂਟੇਨੀਅਸਲੀ ਠੀਕ ਹੈ ਜੀ, ਜਿਹੜਾ ਇਲੈਕਟ੍ਰੋਨ ਇਜੈਕਟ ਹੋਵੇਗਾ ਉਹਨੂੰ ਕਿੰਨਾ ਸਮਾਂ ਲੱਗੇਗਾ, ਨਾਲ ਦੀ ਨਾਲ 10⁻⁹ ਸੈਕਿੰਡ ਬਾਅਦ ਉਹ ਹੋ ਜਾਏਗਾ। ਕਹਿੰਦਾ ਮਤਲਬ ਵਿਚ ਇਜ਼ ਵੈਰੀ ਵੈਰੀ ਸਮਾਲ, ਸੋ ਆਪਾਂ ਨੂੰ ਕਹਾਂਗੇ ਇੰਸਟੈਂਟੇਨੀਅਸਲੀ ਉਦੋਂ ਹੀ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ, ਹਾਂਜੀ ਬੇਟੇ। ਹਾਂਜੀ ਨੈਕਸਟ ਦੇਖੋ ਇਫੈਕਟ ਆਫ ਫੋਟੋ ਮੈਟਲ। ਫੋਟੋ ਮੈਟਲ ਦਾ ਮਤਲਬ ਕੀ ਹੈ ਵੀ ਜੇਕਰ ਤੁਸੀਂ ਮੈਟਲ ਨੂੰ ਚੇਂਜ ਕਰ ਦਿੰਦੇ ਹੋ ਤਾਂ ਕੀ ਫਰਕ ਪਊਗਾ। ਧਿਆਨ ਨਾਲ ਦੇਖੋ, ਜੇ ਮੈਟਲ ਚੇਂਜ ਕਰਤੀ ਤਾਂ ਵਰਕ ਫੰਕਸ਼ਨ ਵੀ ਕੀ ਹੋ ਜਾਊਗਾ, ਚੇਂਜ ਹੋ ਜਾਏਗਾ, ਕਿਉਂਕਿ ਹਰੇਕ ਮੈਟਲ ਵਾਸਤੇ ਵਰਕ ਫੰਕਸ਼ਨ ਕੀ ਹੈ, ਅਲੱਗ-ਅਲੱਗ ਹੈ। ਜਿੰਦਾ ਵਰਕ ਫੰਕਸ਼ਨ ਜ਼ਿਆਦਾ ਹੋਇਆ, ਮੰਨ ਲਓ W1 ਇਜ਼ ਗ੍ਰੇਟਰ ਦੈਨ W2, ਠੀਕ ਹੈ। ਆਪਣੇ ਡਾਇਗਰਾਮ ਦੇ ਅਕੋਰਡਿੰਗਲੀ ਜੇ ਆਪਾਂ ਦੇਖੀਏ, ਡਾਇਗਰਾਮ 'ਚ ਦੇਖੋ ਆ ਵਰਕ ਫੰਕਸ਼ਨ ਪਹਿਲੀ ਮੈਟਲ ਦਾ, ਵਰਕ ਫੰਕਸ਼ਨ ਦੂਸਰੀ ਮੈਟਲ ਦਾ, ਇਧਰ ਫ੍ਰੀਕੁਐਂਸੀ ਹੈ। ਕਹਿੰਦਾ ਮਤਲਬ ਵਰਕ ਫੰਕਸ਼ਨ ਸੈਕਿੰਡ ਮੈਟਲ ਦਾ ਜ਼ਿਆਦਾ ਹੈ ਪਹਿਲੀ ਨਾਲੋਂ। ਜਿੰਦਾ ਵਰਕ ਫੰਕਸ਼ਨ ਜ਼ਿਆਦਾ ਹੈ
ਇਹਦਾ ਮਤਲਬ ਉਹਨੂੰ ਫ੍ਰੀਕੁਐਂਸੀ ਵੀ ਕੀ ਚਾਹੀਦੀ ਹੈ ਇਨਸੀਡੈਂਟ ਦੀ, ਜ਼ਿਆਦਾ ਚਾਹੀਦੀ ਹੈ ਤਾਂ ਹੀ ਇਜੈਕਟ ਹੋਊਗਾ, ਕਿਉਂਕਿ ਲਾਅ ਕੀ ਕਹਿੰਦਾ ਵੀ ਐਚ ਨਿਊ ਕੀ ਹੋਣਾ ਚਾਹੀਦਾ, ਗ੍ਰੇਟਰ ਦੈਨ ਵਰਕ ਫੰਕਸ਼ਨ ਹੋਣਾ ਚਾਹੀਦਾ। ਕਹਿੰਦਾ ਮਤਲਬ ਫॉर ਡਿਫਰੈਂਟ ਮੈਟਲਸ ਵਰਕ ਫੰਕਸ਼ਨ ਵੀ ਕੀ ਹੋਊਗਾ, ਡਿਫਰੈਂਟ ਹੋਏਗਾ। ਆ ਡਾਇਗਰਾਮ ਆਪਣੇ ਕੋਲ ਆਹੀ ਸ਼ੋ ਕਰਦਾ, ਇੱਕ ਮੈਟਲ 1 ਹੈ, ਇੱਕ ਮੈਟਲ 2 ਹੈ। ਜੇਕਰ ਦੂਸਰੇ ਦਾ ਵਰਕ ਫੰਕਸ਼ਨ ਜ਼ਿਆਦਾ ਹੈ ਤਾਂ ਇਲੈਕਟ੍ਰੋਨ ਨੂੰ ਇਜੈਕਟ ਕਰਨ ਦੇ ਲਈ, ਫੋਟੋ ਇਲੈਕਟ੍ਰਿਕ ਇਫੈਕਟ ਨੂੰ ਕਰਨ ਦੇ ਲਈ ਫ੍ਰੀਕੁਐਂਸੀ ਕੀ ਚਾਹੀਦੀ ਹੈ, ਜ਼ਿਆਦਾ। ਵੇਖੋ ਇਹਦੀ ਫ੍ਰੀਕੁਐਂਸੀ ਕੀ ਹੈ, ਜ਼ਿਆਦਾ। ਇਹਦੀ ਫ੍ਰੀਕੁਐਂਸੀ ਕੀ ਹੈ, ਘੱਟ ਹੈ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਹਾਂਜੀ ਬੇਟੇ, ਹਾਂਜੀ ਪਤਾ ਲੱਗ ਗਿਆ ਬੇਟੇ? ਹਾਂਜੀ ਸਰ। ਹਾਂਜੀ ਠੀਕ ਹੈ ਬੇਟੇ, ਹੁਣ ਆਪਾਂ ਰਿਵਾਈਜ਼ ਕਰੀਏ ਜਿਹੜੇ ਆਪਾਂ ਲਾਅ ਕੀਤੇ ਆ। ਫੋਟੋ ਇਲੈਕਟ੍ਰਿਕ ਇਫੈਕਟ ਫਸਟ ਲਾਅ ਕੀ ਸੀਗਾ? ਆਪਾਂ ਜੇ ਫਸਟ ਲਾਅ ਲੈ ਲਈਏ ਥ੍ਰੈਸ਼ਹੋਲਡ ਫ੍ਰੀਕੁਐਂਸੀ ਵਾਲਾ, ਵਰਕ ਫੰਕਸ਼ਨ ਵਾਲਾ, ਤਾਂ ਫਸਟ ਲਾਅ ਕੀ ਕਹਿੰਦਾ ਵੀ ਇਨਸੀਡੈਂਟ ਦੀ ਫ੍ਰੀਕੁਐਂਸੀ ਕੀ ਹੋਣੀ ਚਾਹੀਦੀ ਹੈ ਜਾਂ એનર્ਜੀ ਕੀ ਹੋਣੀ ਚਾਹੀਦੀ ਹੈ, ਵਰਕ ਫੰਕਸ਼ਨ ਤੋਂ ਜ਼ਿਆਦਾ ਹੋਣੀ ਚਾਹੀਦੀ ਹੈ। ਆਈ ਸੀ ਨਾ ਬੇਟੇ ਫਸਟ? ਠੀਕ ਹੈ, ਕਹਿੰਦਾ ਮਤਲਬ ਇਲੈਕਟ੍ਰੋਨ ਤਾਂ ਹੀ ਇਜੈਕਟ ਹੋਵੇਗਾ ਜੇਕਰ ਵਰਕ ਫੰਕਸ਼ਨ ਨਾਲੋਂ ਇਨਸੀਡੈਂਟ ਦੀ એનર્ਜੀ ਕੀ ਹੈ, ਜ਼ਿਆਦਾ ਹੈ। ਸੈਕੰਡ ਲਾਅ ਕੀ ਕਹਿੰਦਾ ਸੀ? ਇੰਟੈਂਸਿਟੀ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਫੋਟੋ ਕਰੰਟ ਆਈ। ਜਿੰਨੀ ਇੰਟੈਂਸਿਟੀ ਜ਼ਿਆਦਾ ਹੋਵੇਗੀ ਉਹਨੇ ਨੰਬਰ ਆਫ ਇਲੈਕਟ੍ਰੋਨਸ ਵੀ ਕੀ ਨਿਕਲਣਗੇ, ਜ਼ਿਆਦਾ। ਨੰਬਰ ਆਫ ਇਲੈਕਟ੍ਰੋਨ ਜ਼ਿਆਦਾ ਦਾ ਮਤਲਬ ਕਰੰਟ ਵੀ ਜ਼ਿਆਦਾ। ਇਹ ਸੈਕੰਡ ਹੋ ਗਿਆ। ਤੀਸਰੀ ਗੱਲ ਸੀ ਫ੍ਰੀਕੁਐਂਸੀ ਦੀ। ਜਿੰਨੀ ਫ੍ਰੀਕੁਐਂਸੀ ਜ਼ਿਆਦਾ ਹੋਵੇਗੀ ਉਨੀ એનર્ਜੀ ਆਫ ਦੀ ਫੋਟੋਨ ਕੀ ਹੋਵੇਗੀ, ਜ਼ਿਆਦਾ ਹੋਵੇਗੀ। એનર્ਜੀ ਆਫ ਦੀ ਫੋਟੋਨ ਕੀ ਹੋਵੇਗੀ, ਜ਼ਿਆਦਾ ਹੋਵੇਗੀ। ਜਿੰਨੀ એનર્ਜੀ ਜ਼ਿਆਦਾ ਹੋਵੇਗੀ ਉਨੀ ਇਲੈਕਟ੍ਰੋਨ ਦੀ ਕਾਈਨੈਟਿਕ એનર્ਜੀ ਵੀ ਕੀ ਹੋਵੇਗੀ, ਜ਼ਿਆਦਾ ਹੋਵੇਗੀ। ਜਿੰਨੀ ਕਾਈਨੈਟਿਕ એનર્ਜੀ ਜ਼ਿਆਦਾ ਹੋਵੇਗੀ ਉਨਾ ਸਟਾਪਿੰਗ ਪੋਟੈਂਸ਼ੀਅਲ ਵੀ ਕੀ ਹੋਵੇਗਾ, ਮੋਰ। ਉਹਨਾਂ ਸਟਾਪਿੰਗ ਪੋਟੈਂਸ਼ੀਅਲ ਵੀ ਕੀ ਹੋਵੇਗਾ, ਮੋਰ। ਠੀਕ ਹੈ ਜੀ। ਨੈਕਸਟ ਸੀਗਾ ਟਾਈਮ ਨਾਲ ਰਿਲੇਟਡ, ਵੀ ਕਿੰਨੇ ਟਾਈਮ ਬਾਅਦ ਇਲੈਕਟ੍ਰੋਨ ਨਿਕਲੂਗਾ, 10⁻⁹ ਸੈਕਿੰਡ। ਕਹਿੰਦਾ ਮਤਲਬ ਆਲਮੋਸਟ ਇੰਸਟੈਂਟੇਨੀਅਸਲੀ, ਉਸੇ ਵੇਲੇ ਹੀ। ਇਹ ਲਾਅ ਕਲੀਅਰ ਹੋ ਗਏ ਕਿ ਨਹੀਂ ਹੋ ਗਏ ਬੇਟੇ? ਹਾਂਜੀ ਠੀਕ ਹੈ, ਇੱਕ ਵਰਕ ਫੰਕਸ਼ਨ ਨਾਲ ਰਿਲੇਟਡ ਹੈ, ਇੱਕ ਇੰਟੈਂਸਿਟੀ ਨਾਲ, ਇੱਕ ਫ੍ਰੀਕੁਐਂਸੀ ਨਾਲ, ਤੇ ਇੱਕ ਟਾਈਮ ਨਾਲ। ਇਹਨੂੰ ਇਸ ਤਰ੍ਹਾਂ ਨਾਲ ਯਾਦ ਰੱਖ ਲਓ। ਠੀਕ ਹੈ, ਜਦੋਂ ਅਸੀਂ ਗ੍ਰਾਫ ਬਣਾਵਾਂਗੇ ਅਲੱਗ-ਅਲੱਗ, ਜੇ ਇੰਟੈਂਸਿਟੀ ਵੱਧ ਰਹੀ ਹੈ ਤਾਂ ਕਰੰਟ ਵਧੂਗਾ, ਫ੍ਰੀਕੁਐਂਸੀ ਸੇਮ ਰਹੂ। ਫ੍ਰੀਕੁਐਂਸੀ ਸੇਮ ਰਹੂਗਾ ਤਾਂ ਸਟਾਪਿੰਗ ਪੋਟੈਂਸ਼ੀਅਲ ਸੇਮ ਰਹੂਗਾ। ਦੁਬਾਰਾ ਦੇਖੋ ਡਾਇਗਰਾਮ, ਦੇਖ ਲਓ ਇੱਕ ਵਾਰੀ ਇਹਨਾਂ ਦਾ ਦੁਬਾਰਾ ਗ੍ਰਾਫ। ਆ ਦੇਖੋ ਪਹਿਲਾ ਗ੍ਰਾਫ ਦੇਖੋ, ਇਹਦੇ ਚ ਕੀ ਹੋ ਰਿਹਾ ਬੇਟੇ? ਸਟਾਪਿੰਗ ਪੋਟੈਂਸ਼ੀਅਲ ਵੇਖੋ ਇੱਕ ਹੀ ਹੈ। ਸਟਾਪਿੰਗ ਪੋਟੈਂਸ਼ੀਅਲ ਕੀ ਹੈ, ਸਾਰਿਆਂ ਵਾਸਤੇ ਸੇਮ ਹੈ ਨਾ। ਹਾਂਜੀ ਇਹਦਾ ਮਤਲਬ ਕੀ ਹੈ ਵੀ ਫ੍ਰੀਕੁਐਂਸੀ ਵੀ ਕੀ ਹੈ, ਸੇਮ ਹੈ। ਜਿਹੜੇ ਸਾਰੇ ਇਲੈਕਟ੍ਰੋਨ ਇਜੈਕਟ ਹੋਏ ਆ ਉਹਨਾਂ ਦੀ ਕਾਈਨੈਟਿਕ એનર્ਜੀ ਵੀ ਕੀ ਹੈ, ਸੇਮ ਹੈ। ਕਿਹੜੀ ਚੀਜ਼ ਵੱਧ ਰਹੀ ਹੈ? ਇੰਟੈਂਸਿਟੀ ਵਧਾਈ ਹੈ। ਇੰਟੈਂਸਿਟੀ ਵਧਾਈ ਤਾਂ ਕਰੰਟ ਕੀ ਹੋਊਗਾ ਬੇਟੇ, ਇਨਕਰੀਜ਼ ਕਰੂਗਾ। ਦੇਖੋ ਪਹਿਲਾ ਹਾਈ ਇੰਟੈਂਸਿਟੀ ਹੈ ਤਾਂ ਕਰੰਟ ਆ ਡਬਲ ਕਰਤੀ ਤੇ ਕਰੰਟ ਵੱਧ ਗਿਆ, ਟ੍ਰਿਪਲ ਕਰਤੀ ਤੇ ਕਰੰਟ ਵੱਧ ਗਿਆ। ਸਮਝ ਲੱਗੀ ਕਿ ਨਹੀਂ ਲੱਗੀ ਫਸਟ ਲਾਅ? ਹਾਂਜੀ ਠੀਕ ਹੈ, ਆਹ ਦੇਖੋ ਹੁਣ ਆਹ ਸੈਕੰਡ ਦੇਖੋ, ਫ੍ਰੀਕੁਐਂਸੀ ਦਾ ਇਫੈਕਟ। ਹੁਣ ਧਿਆਨ ਨਾਲ ਦੇਖੋ, ਕਰੰਟ ਦੀ ਵੈਲਿਊ ਸਾਰਿਆਂ ਵਾਸਤੇ ਸੇਮ ਹੈ। ਕਰੰਟ ਦੀ ਵੈਲਿਊ ਸਾਰਿਆਂ ਵਾਸਤੇ ਕੀ ਹੈ, ਸੇਮ। ਜੇ ਕਰੰਟ ਸੇਮ ਹੈ ਤਾਂ ਇਹਦਾ ਮਤਲਬ ਇੰਟੈਂਸਿਟੀ ਵੀ ਕੀ ਹੈ ਸਾਰਿਆਂ ਦੀ, ਸੇਮ ਸੇਮ। ਉਨੇ ਹੀ ਫੋਟੋਨ ਡਿੱਗ ਰਹੇ ਹੈ। ਪਰ ਪਹਿਲੇ ਦਾ ਸਟਾਪਿੰਗ ਪੋਟੈਂਸ਼ੀਅਲ ਵੇਖੋ ਇੰਨਾ, ਦੂਜਾ ਇੰਨਾ, ਇਹਦਾ ਮਤਲਬ ਸਟਾਪਿੰਗ ਪੋਟੈਂਸ਼ੀਅਲ ਵੱਧ ਰਿਹਾ। ਸਟਾਪਿੰਗ ਪੋਟੈਂਸ਼ੀਅਲ ਵਧਣ ਦਾ ਮਤਲਬ ਪਹਿਲੇ ਦੀ ਕਾਈਨੈਟਿਕ એનર્ਜੀ ਘੱਟ ਹੈ, ਦੂਜੇ ਦੀ ਉਦੋਂ ਜ਼ਿਆਦਾ ਹੈ, ਤੀਜੇ ਦੀ ਉਦੋਂ ਜ਼ਿਆਦਾ ਹੈ। ਕਿਉਂਕਿ ਫ੍ਰੀਕੁਐਂਸੀ ਨਾਲ ਕੀ ਮਤਲਬ ਹੈ, ਕਾਈਨੈਟਿਕ એનર્ਜੀ ਦਾ। ਕਾਈਨੈਟਿਕ એનર્ਜੀ ਦਾ ਮਤਲਬ ਸਟਾਪਿੰਗ ਪੋਟੈਂਸ਼ੀਅਲ। ਤੇਜ਼ ਚੀਜ਼ ਨੂੰ ਰੋਕਣ ਵਾਸਤੇ ਜ਼ਿਆਦਾ ਜ਼ੋਰ ਲਾਉਣਾ ਪਊ ਨਾ, ਆਪੋਜ਼ਿਟ ਡਾਇਰੈਕਸ਼ਨ ਚ।
ਪਹਿਲੇ ਦਾ ਸਟਾਪਿੰਗ ਪੋਟੈਂਸ਼ੀਅਲ ਘੱਟ ਹੈ, ਦੂਜੇ ਦਾ ਵੱਧ ਗਿਆ, ਤੀਜੇ ਦਾ ਵੱਧ ਗਿਆ। ਕਿਉਂ ਵੱਧ ਗਿਆ? ਕਿਉਂਕਿ ਫ੍ਰੀਕੁਐਂਸੀ ਕੀ ਹੋਈ ਜਾਂਦੀ ਹੈ? ਵਧੀ ਜਾਂਦੀ ਹੈ। ਪਹਿਲੇ ਨਾਲੋਂ ਦੂਜੇ ਦੀ ਫ੍ਰੀਕੁਐਂਸੀ ਜ਼ਿਆਦਾ, ਦੂਜੇ ਨਾਲੋਂ ਤੀਜੇ ਦੀ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਹਾਂਜੀ ਕਲੀਅਰ? ਹਾਂ ਹਾਂ, ਠੀਕ ਹੈ। ਆ ਸੀਗਾ ਮੈਟਲ। ਮੈਟਲ ਦਾ ਮਤਲਬ ਜੇਕਰ ਤੁਸੀਂ ਮੈਟਲ ਚੇਂਜ ਕਰ ਦਿਓਗੇ ਜਿੰਦੇ ਉੱਪਰ ਲਾਈਟ ਫਾਲ ਕਰ ਰਹੀ ਹੈ ਤਾਂ ਵਰਕ ਫੰਕਸ਼ਨ ਚੇਂਜ ਹੋ ਜਾਵੇਗਾ, ਕਿਉਂਕਿ ਹਰੇਕ ਮੈਟਲ ਦਾ ਵਰਕ ਫੰਕਸ਼ਨ ਅਲੱਗ-ਅਲੱਗ ਹੈ। ਦੈਟ ਇਜ਼ ਵਾਈ ਅਸੀਂ ਅਲਕਲੀ ਮੈਟਲ ਯੂਜ਼ ਕਰਦੇ ਹਾਂ, ਕਿਉਂਕਿ ਉਹਦਾ ਵਰਕ ਫੰਕਸ਼ਨ ਘੱਟ ਹੈ। ਉਹਦਾ ਵਰਕ ਫੰਕਸ਼ਨ ਕੀ ਸਮਾਲ ਹੈ। ਅਲਟਰਾਵਾਇਲਟ ਲਾਈਟ ਫਾਲ ਕਰਕੇ ਫੋਟੋ ਇਲੈਕਟ੍ਰਿਕ ਇਫੈਕਟ ਕੀਤਾ ਜਾ ਸਕਦਾ ਹੈ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? Yes, sir. ਠੀਕ ਹੈ। ਹਾਂ, ਤੁਸੀਂ ਬੇਟੇ ਅੱਜ ਦਾ ਕੰਮ ਤੁਹਾਡਾ ਇਹੀ ਹੈ ਵੀ ਫੋਟੋ ਇਲੈਕਟ੍ਰਿਕ ਇਫੈਕਟ ਹੈ ਜਿਹੜਾ ਤੁਸੀਂ ਉਹਦੇ ਲਾਅ ਆ ਜਿਹੜੇ ਉਹ ਜ਼ਰੂਰ ਸਟੱਡੀ ਕਰਨੇ ਆ। ਠੀਕ ਹੈ ਜੀ। ਸਟੱਡੀ ਕਰਕੇ ਤੁਸੀਂ ਕੀ ਕਰਨਾ ਹੈ, ਗਰੁੱਪ ਦੇ ਵਿੱਚ ਮੈਨੂੰ ਵੌਇਸ ਮੈਸੇਜ ਸੈਂਡ ਕਰਨੇ ਆ ਐਜ਼ ਏ ਹੋਮਵਰਕ। ਮਤਲਬ ਤੁਸੀਂ ਕੀ ਕਰਨਾ ਹੈ, ਜਿਵੇਂ ਮੰਨ ਲਓ ਪਹਿਲਾਂ ਕੁਐਸਚਨ ਬੋਲੋਗੇ, ਜਿਵੇਂ ਮੈਂ ਤੁਹਾਨੂੰ ਦੱਸਦਾ ਵੀ ਮੰਨ ਲਓ ਮੈਂ ਹੋਮਵਰਕ ਕਰ ਰਿਹਾ ਤਾਂ ਮੈਂ ਕਿਵੇਂ ਕਰੂੰਗਾ। ਤੁਸੀਂ ਕੀ ਕਰਨਾ ਹੈ, ਵਟ ਇਜ਼ ਫੋਟੋ ਇਲੈਕਟ੍ਰਿਕ ਇਫੈਕਟ। ਤੁਸੀਂ ਪਹਿਲਾਂ ਐ ਬੋਲੋਗੇ, ਫਿਰ ਉਹਦਾ ਆਨਸਰ ਬੋਲੋਗੇ। It is the phenomena of the ejection of the electron from the surface of the metal when a light of suitable frequency falls on it। ਠੀਕ ਹੈ ਜੀ, ਇਹ ਵੌਇਸ ਮੈਸੇਜ ਹੋ ਗਿਆ। ਫਿਰ ਸੈਕੰਡ ਕੀ ਸੈਂਡ ਕਰੋਗੇ, laws of photoelectric effect, ਫਸਟ ਲਾਅ, ਸੈਕੰਡ ਲਾਅ, ਥਰਡ ਲਾਅ, ਫੋਰਥ ਲਾਅ। ਉਹਦੀ ਡੈਫੀਨੇਸ਼ਨ ਬੋਲ ਬੋਲ ਕੇ ਤੁਸੀਂ ਵੌਇਸ ਮੈਸੇਜ ਮੈਨੂੰ ਕੀ ਕਰਨੇ, ਗਰੁੱਪ ਦੇ ਵਿੱਚ ਸੈਂਡ ਕਰਨੇ ਐਜ਼ ਏ ਹੋਮਵਰਕ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਓਕੇ ਸਰ। Yes, sir. ਚਲੋ ਠੀਕ ਹੈ ਬੇਟੇ।